ਸਾਡੇ ਪ੍ਰੋਗਰਾਮ ਮੁੱਦਾ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਟਰੱਕਿੰਗ ਕਾਰੋਬਾਰ ਕਿਵੇਂ ਖੋਲ੍ਹਿਆ ਜਾਵੇ, ਉਹਦੇ ਵਾਸਤੇ ਕਿਹੜੀਆਂ ਜ਼ਰੂਰਤਾਂ ਨੇ, ਕਿਹੜੇ ਫੈਕਟਰ ਕੰਮ ਕਰਦੇ ਨੇ, ਉਹਦੇ ਬਾਰੇ ਆਪਾਂ ਅੱਜ ਚਰਚਾ ਕਰਾਂਗੇ। ਸਾਡੇ ਨਾਲ ਨੇ GST ਟਰੱਕ ਪਰਮਿਟਸ ਐਂਡ ਡਰੱਗ ਟੈਸਟਿੰਗ ਤੋਂ ਜੰਗਸ਼ੇਰ ਤੁੰਬੜ ਜੀ, ਮਾਹਿਰ ਨੇ ਇਸ ਦੇ ਵਿੱਚ, ਇਸ ਫੀਲਡ ਦੇ ਵਿੱਚ। ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਸਵਾਗਤ ਹੈ ਜੀ PTC ਨੈਟਵਰਕ ਵਿੱਚ। ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਕਹਿਣਾ ਚਾਹੂੰਗਾ ਸੰਜੀਵ ਭਾਈ ਨੂੰ, ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ, ਤੇ PTC ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ। ਤੇ ਜਿਹੜਾ ਮੁੱਦਾ ਆਪਣਾ ਅੱਜ ਦਾ ਹੈਗਾ ਕਿ ਪਰਮਿਟ, ਜਦ ਵੀ ਕੋਈ ਕੰਪਨੀ ਦਾ ਕੋਈ ਵੀ ਇੱਕ ਨया ਬੰਦਾ ਅਗਰ ਇਸ ਫੀਲਡ 'ਚ ਆਉਂਦਾ, ਚਾਹੇ ਇੱਕ ਹਿਊਮਨ ਬੀਇੰਗ ਦੇ ਤੌਰ 'ਤੇ ਸੋਚੀ, ਉਹਨੂੰ ਚਾਹਤ ਹੁੰਦੀ ਹੈ ਕਿ ਮੈਂ ਨਈ ਕੰਪਨੀ ਸ਼ੁਰੂ ਕਰਨੀ ਆ ਤੇ ਸ਼ੁਰੂਆਤ ਵਧੀਆ ਹੋਏ, ਔਰ ਕਈ ਇਸ ਦੇ ਵਿੱਚ ਥੋੜ੍ਹਾ ਡਾਮਾਡੋਲ ਹੋ ਜਾਂਦੇ, ਔਰ ਕਈ ਇਹਦੇ ਵਿੱਚ ਸਹੀ ਚਲੇ ਜਾਂਦੇ ਆ। ਔਰ ਮੇਰਾ ਜਿਹੜਾ ਹੈ ਜੀ ਵਿਸ਼ਾ ਵੀ, ਜਿਹੜੇ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਵੀ ਜਿਹੜੇ ਨਵੇਂ ਬੰਦੇ ਆਉਂਦੇ ਆ ਉਹ ਕਈ ਤਰ੍ਹਾਂ ਦੀ ਚੀਜ਼ਾਂ ਦੇਖ ਕੇ ਇਸ ਫੀਲਡ 'ਚ ਆਉਂਦੇ, ਕਿਉਂਕਿ ਟਰੱਕਿੰਗ ਜਿਹੜੀ ਆ ਉਹ ਸਾਡੀ ਕੈਲੀਫੋਰਨੀਆ ਦੀ ਬਹੁਤ ਵੱਡੀ ਇੰਡਸਟਰੀ ਗਿਣੀ ਗਈ ਆ। ਖਾਸ ਕਰਕੇ ਜੇ ਆਪਾਂ ਸੈਂਟਰਲ ਵੈਲੀ ਦੀ ਗੱਲ ਕਰ ਲਈਏ ਤੇ ਇੱਥੇ ਦੀ ਤਾਂ ਬੈਕਬੋਨ ਆ ਟਰੱਕਿੰਗ ਇੰਡਸਟਰੀ, ਠੀਕ ਹੈ ਜੀ। ਔਰ ਜਿਹੜੇ ਬੰਦੇ ਇੱਥੇ ਆਉਂਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਟਰੱਕਿੰਗ ਕੰਪਨੀ ਖੋਲ੍ਹਣੀ ਜਾਵੇ। ਜੀ ਜੀ। ਤੇ ਟਰੱਕਿੰਗ ਕੰਪਨੀ ਖੋਲ੍ਹਣ ਲਈ ਕੀ ਜ਼ਰੂਰਤ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਕਿਹੜੇ ਫੈਕਟਰ ਕੰਮ ਕਰਦੇ ਨੇ, ਵੀ ਤੁਸੀਂ ਦਰਸ਼ਕਾਂ ਨੂੰ ਇਹ ਜਾਣਕਾਰੀ ਜ਼ਰੂਰ ਦੇਣੀ ਚਾਹੀਏ, ਕਿਉਂਕਿ ਜਿਹੜੇ ਕਈ ਬੰਦੇ ਇਹੋ ਜਿਹੇ ਹੋਣੇ ਆ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਵੀ ਫਰੂਟਫੁਲ ਹੋਵੇ ਜਾਣਕਾਰੀ। ਸਭ ਤੋਂ ਪਹਿਲਾਂ ਜਿਹੜਾ ਫੈਕਟਰ ਆ, ਇੱਕ ਜਦ ਵੀ ਕੋਈ ਇੱਕ ਓਨਰ ਦੀ ਤਰ੍ਹਾਂ ਅਗਰ ਓਨਰ ਬਣਨਾ ਚਾਹੁੰਦਾ, ਉਹਨੂੰ ਇੱਕ ਫੈਕਟਰ ਦੇਖਣਾ ਚਾਹੀਦਾ ਕਿ ਵੈਦਰ ਉਹ ਇੱਕ DBA ਡੂਇੰਗ ਬਿਜ਼ਨਸ ਹੈ, ਜਾਂ ਇੱਕ ਸੋਲ ਪ੍ਰੋਪਰਾਈਟਰ ਦੀ ਤਰ੍ਹਾਂ ਅਗਰ ਬਿਜ਼ਨਸ ਸ਼ੁਰੂ ਕਰਨ, ਜਾਂ ਉਹ ਕਾਰਪੋਰੇਸ਼ਨ ਬਣਾਉਣ। ਉਹਨਾਂ ਨੂੰ ਇਹ ਦੋ ਚੀਜ਼ਾਂ ਦੇ ਵਿੱਚੋਂ ਇੱਕ ਚੁਣਨਾ ਪੈਂਦਾ ਕੀ ਅਕਾਊਂਟਿੰਗ ਸਿਸਟਮ ਉਹ ਲੈ ਕੇ ਚੱਲਣਾ ਚਾਹੁੰਦੇ ਆ। ਮਤਲਬ ਕੰਪਨੀ ਫਾਰਮ ਕਰਨੀ ਪੈਣੀ, ਫਾਰਮ ਕਿੱਦਾਂ ਕਰਨੀ ਹੈ, ਉਹਨੂੰ ਕਿਹੜੇ ਅਕਾਊਂਟਿੰਗ ਪ੍ਰਿੰਸੀਪਲ ਦੇਣੇ ਆ, ਕਿਉਂਕਿ ਦੋਨਾਂ ਦਾ ਅਲੱਗ-ਅਲੱਗ ਆਪਣਾ ਇੱਕ ਮਹੱਤਵ ਹੁੰਦਾ। DBA ਦਾ, ਸੋਲ ਪ੍ਰੋਪਰਾਈਟਰਸ਼ਿਪ ਦਾ ਅਲੱਗ ਲਾਇਬਿਲਿਟੀ ਦਾ ਫੈਕਟਰ ਆ, ਕਾਰਪੋਰੇਸ਼ਨ ਦਾ ਅਲੱਗ ਫੈਕਟਰ ਆ। ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਹੁੰਦਾ। ਉਸ ਤੋਂ ਬਾਅਦ ਉਹਨਾਂ ਨੂੰ ਫਿਗਰ ਆਊਟ ਕਰਨਾ ਹੁੰਦਾ ਕਿ ਤੁਸੀਂ ਆਊਟ ਆਫ ਸਟੇਟ ਜਾਣਾ ਜਾਂ ਇਨ ਸਟੇਟ ਰਹਿਣਾ। ਤੇ ਆਊਟ ਆਫ ਸਟੇਟ ਜਾਣਾ ਉਹਨੂੰ ਅਸੀਂ ਕਹਿ ਦਿੰਦੇ ਵੀ ਇੰਟਰ ਸਟੇਟ ਪਰਮਿਟ ਲੈਣੇ ਆ ਇਹਨਾਂ ਨੇ। ਜੇ ਉਹਨਾਂ ਨੇ ਇਨ ਸਟੇਟ ਰਹਿਣਾ, ਉਹਦਾ ਫਿਰ ਅਲੱਗ ਸਿਨੈਰੀਓ ਹੁੰਦਾ ਕਿ ਇਨ ਸਟੇਟ ਦਾ ਕਿਆ ਸਿਨੈਰੀਓ ਆਪਣਾ ਅਲੱਗ ਤੋਂ। ਜਦੋਂ ਆਊਟ ਆਫ ਸਟੇਟ ਜਾਂਦੇ ਆ ਤੇ ਉਹਦੇ ਬਾਅਦ 'ਚ ਆਪਾਂ ਉਹਨਾਂ ਨੂੰ ਕਹਿੰਦੇ ਕਿ ਕਿਹੜੀ ਸਟੇਟਸ 'ਚ ਤੁਸੀਂ ਜਾਣਾ ਪਸੰਦ ਕਰੋਗੇ, ਕਿਉਂਕਿ ਨਿਊ ਮੈਕਸੀਕੋ, ਓਰੀਗਨ, ਨਿਊਯਾਰਕ, ਕੰਟਕੀ ਇਹ ਅਲੱਗ ਆਪਣੇ ਪਰਮਿਟਸ ਰਿਕੁਆਇਰਡ ਕਰਦੇ ਆ। ਤੇ ਅਲੱਗ-ਅਲੱਗ ਰਿਕੁਆਇਰਮੈਂਟਸ ਨੇ, ਅਲੱਗ-ਅਲੱਗ। ਹਾਂਜੀ। ਤੇ ਉਸ ਤੋਂ ਬਾਅਦ ਜਿਹੜਾ ਐਫਟਾ ਕੈਲੀਫੋਰਨੀਆ, ਉਹ ਹੁਣ 48 ਸਟੇਟ ਦਾ ਹੀ ਸਾਰਾ ਉਹਦੇ ਵਿੱਚ ਅਸੀਂ ਪਾ ਕੇ ਦਿੰਦੇ ਹਾਂ। ਬਟ ਇਹ ਸਟੇਟਾਂ ਕਹਿੰਦੀਆਂ ਕਿ ਸਾਨੂੰ ਅਲੱਗ ਤੋਂ ਸਾਡਾ ਪਰਮਿਟ ਸਾਡੇ ਲਓ, ਤੇ ਇਹਨਾਂ ਦੇ ਅਲੱਗ ਤੋਂ ਲੈਣੇ ਹੁੰਦੇ। ਫਿਰ ਅਸੀਂ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨਾਂ ਨੂੰ ਦੇ ਦਿੰਦੇ ਹਾਂ ਕਿ ਚੂਜ਼ ਕਰੋ ਵੀ ਕਿਹੜਾ ਤੁਸੀਂ ਜਾਣਾ। ਕਈ ਲੋਕੀ ਓਰੀਗਨ ਜਾਣਾ ਪਸੰਦ ਨਹੀਂ ਕਰਦੇ ਜ਼ਿਆਦਾ, ਉਹ ਕਹਿੰਦੇ ਕਿ ਅਸੀਂ ਉਸ ਵੱਲ ਨਹੀਂ ਜਾਣਾ, ਅਸੀਂ ਜ਼ਿਆਦਾ ਨਿਊ ਜਰਸੀ ਵੱਲ ਔਰ ਕੰਟਕੀ ਤੋਂ ਹੁੰਦੇ ਹੋਏ, ਜਾਂ ਆਪਾਂ ਉਧਰ ਦੇ ਲੋਡ ਜ਼ਿਆਦਾ ਲੈਣੇ ਇਸ ਸਾਈਡ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਟਰੱਕਿੰਗ ਕੰਪਨੀ ਖੁੱਲ ਗਈ ਕੈਲੀਫੋਰਨੀਆ 'ਚ, ਹੁਣ ਉਹ ਬੰਦਾ ਲੋਡ ਜਿਹੜਾ ਲੈ ਕੇ ਜਾਣਾ ਚਾਹੁੰਦਾ, ਵਾਸ਼ਿੰਗਟਨ ਲੈ ਕੇ ਜਾਣਾ ਚਾਹੁੰਦਾ, ਨਿਊਯਾਰਕ ਲੈ ਕੇ ਜਾਣਾ ਚਾਹੁੰਦਾ, ਟੈਕਸਸ ਲੈ ਕੇ ਜਾਣਾ ਚਾਹੁੰਦਾ, ਓਰੀਗਨ ਲੈ ਕੇ ਜਾਣਾ ਚਾਹੁੰਦਾ, ਮਤਲਬ ਉਹ ਅਲੱਗ-ਅਲੱਗ ਸਟੇਟਸ ਦੇ ਅਲੱਗ-ਅਲੱਗ ਪਰਮਿਟ ਫਿਰ ਲੈਣੇ ਅਲੱਗ-ਅਲੱਗ ਹੈ। ਔਰ ਇਹਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿੰਗ ਮੁੱਦਾ ਜਿਹੜਾ ਅੱਜ ਦਾ ਮੈਂ ਉਹਦੇ ਉੱਪਰ ਰੋਸ਼ਨੀ ਪਾਉਣਾ ਚਾਹੂੰਗਾ, ਉਹ ਇਹ ਆ ਕਿ ਆਪਾਂ ਅਲੱਗ-ਅਲੱਗ ਸਟੇਟ ਇਸ ਕਰਕੇ ਪੁੱਛਦੇ ਹਾਂ, ਉਹਦੇ ਵਿੱਚ ਇੱਕ ਬਹੁਤ ਠੋਸ ਵਜ੍ਹਾ ਕਿਆ ਹੈ। ਪਹਿਲਾਂ ਮੰਨ ਕੇ ਚੱਲੋ, ਅੱਜ ਤੋਂ 2 ਸਾਲ ਪਹਿਲਾਂ ਆਪਾਂ ਦੇਖੀਏ ਕੰਟਕੀ ਦਾ, ਅਗਰ ਅਸੀਂ ਲੇਟ ਫਾਈਲ ਕੀਤਾ ਸਾਨੂੰ $50 ਪੈਨਲਟੀ ਪੈਂਦੀ ਸੀਗੀ, ਤੇ $50 ਆਪਾਂ ਭਰ ਕੇ ਪੈਨਲਟੀ ਭਰ ਕੇ ਚਲੋ ਜੀ ਕੋਈ ਨਹੀਂ $50 ਹੀ ਆ, ਆਪਾਂ ਅੱਗੇ ਫਰਦਰ ਚਲੇ ਜਾਂਦੇ ਸੀਗੇ। ਹੁਣ ਅੱਜ ਦੀ ਡੇਟ 'ਚ 550 ਆ। ਸਟੇਟ ਦੇ ਵਿੱਚ ਐਂਟਰ ਹੋਣ ਦਾ ਪਰਮਿਟ ਨਹੀਂ ਹੈਗਾ, ਜੇ ਤੁਹਾਨੂੰ ਉੱਥੇ ਰੋਕ ਲਿਆ ਤੇ ਤੁਹਾਨੂੰ ਪੈਨਲਟੀ ਆ ਉਹ $550। ਜੇ ਲੇਟ ਫਾਈਲ ਕੀਤਾ ਹੈ ਤੁਸੀਂ ਤੇ ਉਹਨੂੰ ਉਹ ਆਪਣਾ ਕਰ ਦਿੰਦੇ ਆ, ਰੋਕ ਦਿੰਦੇ ਤੁਹਾਡੇ ਪਰਮਿਟ ਨੂੰ। ਜਾਨੀ ਆਪਾਂ ਅਗਰ ਭਾਸ਼ਾ 'ਚ ਕਹੀਏ ਉਹਨੂੰ ਆਪਣਾ ਰਿਸਟ੍ਰਿਕਸ਼ਨ 'ਚ ਕਰ ਦਿੰਦੇ ਆ, ਉਹਨੂੰ ਕਹਿੰਦੇ ਕਿ ਨਹੀਂ ਤੁਹਾਡਾ ਪਰਮਿਟ ਹੁਣ ਤੁਹਾਡਾ ਐਕਸਪਾਇਰ ਹੋ ਚੁੱਕਿਆ, ਤੁਸੀਂ ਨਵਾਂ ਲਓ, ਇਹਨੂੰ ਰੀਇਨਸਟੇਟ ਕਰਾਓ। ਇਹ ਤਾਂ ਹੋ ਗਈ ਪਰਮਿਟਸ ਵਾਲੀ ਗੱਲ। ਹਾਂਜੀ। ਹੋਰ ਕੀ ਰਿਕੁਆਇਰਮੈਂਟਸ ਨੇ? ਰਿਕੁਆਇਰਮੈਂਟਸ ਇਹਦੇ ਵਿੱਚ ਹੀ ਇੱਕ ਉਜ਼ਲ ਕੇ ਆਉਂਦੀ ਹੈ। ਅਸੀਂ ਇਹ ਚੀਜ਼ ਪੁੱਛ ਕੇ ਅਗਲੇ ਨੂੰ ਕਹਿੰਦੇ ਹਾਂ ਠੀਕ ਹੈ, ਉਸ ਤੋਂ ਬਾਅਦ ਤੁਸੀਂ ਇਨ ਸਟੇਟ ਜਾਣਾ ਚਾਹੁੰਦੇ ਹੋ, ਉਹ ਕਹਿੰਦਾ ਕਿ ਠੀਕ ਹੈ ਮੈਂ ਕੈਲੀਫੋਰਨੀਆ ਟੂ ਕੈਲੀਫੋਰਨੀਆ ਵੀ ਲੋਡ ਲਾਣੇ ਆ, ਤੇ ਅਸੀਂ ਕਹਿੰਦੇ ਠੀਕ ਹੈ ਤੁਸੀਂ DOT ਲੈ ਲਓ। ਫਿਰ ਉਸ ਤੋਂ ਬਾਅਦ ਤੁਸੀਂ ਆਪਣਾ, ਜੇ ਤੁਸੀਂ DOT ਤੋਂ ਬਾਅਦ ਆਪਾਂ ਨੇ ਫਸਟ DOT ਇੱਕ ਫੈਕਟਰ ਹੈ। DOT ਕੀ ਚੀਜ਼ ਹੈ? DOT ਜਿਹੜਾ ਹੈਗਾ ਉਹਦੇ ਅੰਦਰ ਸਾਰਾ US ਟਰਾਂਸਪੋਰਟੇਸ਼ਨ ਸਿਸਟਮ ਆਉਂਦਾ। ਇਹ DOT ਤੁਹਾਡਾ ਚਾਹੇ ਤੁਸੀਂ
ਕਾਰ ਚਾਹੇ ਕੁਝ ਲੈ ਲਓ। ਡੀਓਟੀ ਕੀ ਲਾਇਸੈਂਸ ਆ, ਰਜਿਸਟ੍ਰੇਸ਼ਨ ਇੱਕ ਇਹ ਨੰਬਰ ਯੂਨੀਕ ਨੰਬਰ ਹੈ, ਐਵਰੀਥਿੰਗ ਉਹ ਵੀ ਟਰਾਂਸਪੋਰਟੇਸ਼ਨ ਸਿਸਟਮ ਦੇ ਆਉਂਦੀ, ਉਹਨੂੰ ਇੱਕ ਯੂਨੀਕ ਨੰਬਰ USDOT ਦਿੱਤਾ ਜਾਂਦਾ ਹੈ। ਇੱਕ ਤਰ੍ਹਾਂ ਦਾ ਹੈ, ਤੁਸੀਂ ਇੱਕ ਟਰਾਂਸਪੋਰਟੇਸ਼ਨ ਦੇ ਸਿਸਟਮ ਦੇ ਅੰਦਰ ਹੋ USDOT ਮਤਲਬ ਤੁਸੀਂ ਰਜਿਸਟਰ ਹੋ ਗਏ US ਟਰਾਂਸਪੋਰਟ ਸਿਸਟਮ ਦੇ ਅੰਦਰ। ਹੁਣ ਤੁਸੀਂ ਕਰਨਾ ਕੀ ਅੱਗੇ, ਤੁਸੀਂ ਕਹਿ ਰਹੇ ਹੋ ਕਿ ਮੈਂ 4 ਹਾਇਰ ਕਰਨਾ, 4 ਹਾਇਰ ਚੱਲਣਾ, ਮੈਂ ਅੱਗੇ ਆਪਣੇ ਆਪ ਨੂੰ ਵੀ ਅੱਗੇ ਮੈਂ ਐਜ਼ ਏ ਕੈਰੀਅਰ ਕੰਮ ਕਰਨਾ, ਦੈਨ ਯੂ ਨੀਡ ਟੂ ਬੀ ਗੈਟ ਮੋਟਰ ਕੈਰੀਅਰ ਪਰਮਿਟ, ਜਿੱਤੀ MC ਕਹਿ ਦਿੰਦੇ ਨੇ, ਮੋਟਰ ਕੈਰੀਅਰ, ਉਹਨੂੰ MC ਲੈ ਲਿਆ ਆਪਾਂ ਨੇ। MC ਲੈ ਕੇ ਫਿਰ ਫਰਦਰ ਆਪਾਂ ਉਹਦੇ ਵਿੱਚ ਦੇਖਦੇ ਕਿਹੜਾ ਕਿਹੜਾ ਪਰਮਿਟ ਲੈਣਾ, ਫਿਰ ਉਹਨੂੰ ਉਸ ਹਿਸਾਬ ਨਾਲ ਆਪਾਂ ਕੈਟਾਗਰਾਈਜ਼ ਕਰਦੇ। MC ਦੇ ਵਿੱਚ ਵੀ ਆ ਇੰਟਰ ਸਟੇਟ ਜਿਹੜਾ ਤੁਸੀਂ ਚੱਲਣਾ ਉਹਦੇ ਉੱਪਰ ਜਰਨਲ ਫਰੇਟ ਲੈ ਰਹੇ ਹੋ, ਕੈਟਾਗਰੀ ਉਹਨੂੰ ਡਿਫਰੈਂਟ ਕਰਨੀ ਪੈਂਦੀ ਆ। ਔਰ ਇੰਸ਼ੋਰੈਂਸ ਦਾ ਵੀ ਇਹਦੇ ਅੰਦਰ ਬੜਾ ਮਾਪਦੰਡ ਹੁੰਦਾ, ਇੰਸ਼ੋਰੈਂਸ ਵੀ ਇਹਦੇ ਉੱਪਰ ਤੈਅ ਹੁੰਦੀ ਹੈ ਕੀ ਚੀਜ਼ ਉਹ ਹੋਲ ਕਰ ਰਿਹਾ। ਤੇ ਆਪਾਂ ਇਹ ਚੀਜ਼ਾਂ ਇੱਕ ਕਲਾਇੰਟ ਨੂੰ ਦੱਸਣੀਆਂ, ਉਹਨੂੰ ਇਸ ਦੇ ਉੱਪਰ ਰੋਸ਼ਨੀ ਪਾਉਣਾ ਬਹੁਤ ਜ਼ਰੂਰੀ ਆ ਕਿ ਇਹਦਾ ਕੀ ਮਹੱਤਵ ਆ। ਇੰਸ਼ੋਰੈਂਸ ਵੀ ਡਿਪੈਂਡ ਕਰਦਾ, ਹੁਣ ਤੁਸੀਂ ਜਰਨਲ ਫਰੇਟ ਹੋਲ ਕਰ ਰਹੇ ਹੋ, ਤੁਸੀਂ ਇਹ ਨਹੀਂ ਕਿ ਦੂਜਾ ਕੋਈ ਹੋਲ ਕਰ ਲੋਗੇ, ਜੇ ਤੁਹਾਡਾ ਇੰਸ਼ੋਰੈਂਸ ਤੁਹਾਨੂੰ ਕਵਰ ਕਰੇਗਾ। ਹਾਂਜੀ, ਤੇ ਕਵਰ ਤੁਸੀਂ ਕੁਝ ਚਲਾ ਕੁਝ ਹੋਰ ਰਹੇ ਹੋ ਤੇ ਹਾਂਜੀ ਤੇ ਉਹ ਬਹੁਤ ਮਹੱਤਵ। ਮੈਂ ਇਹ ਪੁੱਛਣਾ ਚਾਹੁੰਦਾ ਜੀ, ਜੇ ਤੁਸੀਂ ਕਿਹਾ ਅਲੱਗ-ਅਲੱਗ ਸਟੇਟ ਦੇ ਅਲੱਗ-ਅਲੱਗ ਪਰਮਿਟ ਨੇ, ਹਾਂਜੀ, ਕੀ ਇਹੋ ਜਿਹਾ ਵੀ ਕੋਈ ਸਿਸਟਮ ਹੈਗਾ ਕਿ ਪੂਰੇ US ਦੇ ਚਾਹੇ ਜਿੰਨੀਆਂ ਮਰਜ਼ੀ ਸਟੇਟਸ ਆ ਜਾਣ ਵਿੱਚ ਇੱਕੋ ਹੀ ਹੋਵੇ? ਇੱਕ ਨਹੀਂ, ਉਹ ਤਾਂ ਅਲੱਗ-ਅਲੱਗ ਇਨ ਸਟੇਟ ਅਲੱਗ-ਅਲੱਗ ਰਿਕੁਆਇਰਡ ਕਰਦੀ। ਉਹਦਾ ਐਫਟਾ ਸਾਰਿਆਂ ਦਾ ਇੱਕ ਹੀ ਹੁੰਦਾ, ਜਿਹੜਾ ਕੈਲੀਫੋਰਨੀਆ ਐਫਟਾ ਆਪਾਂ ਕਰਦੇ ਹਾਂ ਜਾਂ ਪੈਨਸਿਲਵੇਨੀਆ ਐਫਟਾ ਕਰਦੇ ਹਾਂ, ਐਸੋਸੀਏਸ਼ਨ ਐਫਟਾ ਦੀ ਇੱਕ ਹੀ ਹੁੰਦੀ ਆ। ਮਗਰ ਉਹ ਅਲੱਗ-ਅਲੱਗ ਸਟੇਟ ਕਹਿੰਦੀ ਕਿ ਸਾਡੀ ਕੁਝ ਅਲੱਗ ਰਿਕੁਆਇਰਮੈਂਟ ਹੈ ਜੇ ਤੁਸੀਂ ਸਾਡੇ ਸਟੇਟ ਦੇ ਵਿੱਚੋਂ ਲੰਘਣਾ। ਉਹ ਬੇਸਿਕਲੀ ਛੋਟੀ ਭਾਸ਼ਾ 'ਚ ਅਸੀਂ ਇਹ ਕਹਿ ਸਕਦੇ ਹਾਂ ਇਹਨੂੰ। ਮਗਰ ਜਿਹੜਾ ਇੱਕ ਸਿਸਟਮ ਹੈ ਤੁਹਾਡੀ ਰਜਿਸਟ੍ਰੇਸ਼ਨ ਦਾ, ਉਹਦਾ ਜ਼ਰੂਰ ਆ, ਉਹਨੂੰ IRP ਕਹਿ ਦਿੰਦੇ ਆ, ਇੰਟਰਨੈਸ਼ਨਲ ਰਜਿਸਟ੍ਰੇਸ਼ਨ ਸਰਵਿਸ, ਜਿਹੜਾ ਆਪਾਂ ਕਰਦੇ ਹੀ ਹਾਂ IRP। ਤੇ ਉਹ ਬੇਸਿਕਲੀ 48 ਸਟੇਟ ਦੀ ਤੁਹਾਡੀ ਪਲੇਟ ਹੁੰਦੀ ਆ। ਸਾਰੀ ਸਟੇਟ ਦਾ ਤੁਹਾਡਾ ਇੱਕ ਇਕੱਲਾ ਪੋਰਸ਼ਨ ਹੁੰਦਾ, ਉਹਨਾਂ ਦੀ ਇੱਕ ਆਪਣੀ ਇੱਕ ਪਰਸੈਂਟੇਜ ਹੁੰਦੀ ਆ, ਤੇ ਉਸ ਹਿਸਾਬ ਨਾਲ ਉਹ ਤੁਹਾਨੂੰ ਪ੍ਰੋ ਚਾਰਜ ਕਰ ਲੈਂਦੇ ਆ। ਤੇ ਜਦ ਅਸੀਂ ਸਾਲ ਦੇ ਬਾਅਦ ਆਪਾਂ ਜਦ ਰੀਨਿਊਵਲ ਕਰਾਉਂਦੇ ਉਹ ਕਹਿੰਦੇ ਆ ਕਿ ਆਪਣੀ ਮਾਈਲਾਂ ਲਿਆਓ ਸਾਲ ਦੀਆਂ ਪਿਛਲੇ ਦੀ, ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਮਲਟੀਪਲਾਈ ਕਰਕੇ ਤੁਹਾਨੂੰ ਪੈਸੇ ਦੱਸ ਦਿੰਦੇ ਵੀ ਇੰਨੇ ਪੈਸੇ ਤੁਹਾਡੇ ਬਣਦੇ ਆ ਮਾਈਲਾਂ ਦੇ। ਜੰਗਸ਼ੇਰ ਜੀ, ਤੁਸੀਂ ਮੈਨੂੰ ਦੱਸਿਆ ਵੀ 3-4 ਰਿਕੁਆਇਰਮੈਂਟਸ ਜਿਹੜੀਆਂ ਪਹਿਲਾਂ ਮੈਨੂੰ ਤੁਸੀਂ ਦੱਸੀਆਂ, DOT ਹੋ ਗਿਆ ਜਾਂ ਫੈਡਰਲ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਲੈਣੀ ਆ, USDOT ਦੇ ਵਿੱਚ ਹੋਣਾ, ਹੈ ਨਾ। ਜੇ ਆਪਾਂ ਸਿੰਪਲ ਭਾਸ਼ਾ 'ਚ ਗੱਲ ਕਰੀਏ, ਕਿਉਂਕਿ ਜਦੋਂ ਮੇਰੀ ਕਿਸੇ ਟਰੱਕਰਸ ਨਾਲ ਗੱਲ ਹੁੰਦੀ ਆ, ਪਲੇਟਾਂ ਦੀ ਇੱਕ ਗੱਲ ਬਹੁਤ ਆਉਂਦੀ ਆ, ਯਾਰ ਮੇਰੀਆਂ ਪਲੇਟਾਂ ਨਹੀਂ ਆਈਆਂ ਹਲੇ। ਪਲੇਟਾਂ ਕੀ ਚੀਜ਼ ਆ? ਪਲੇਟਾਂ IRP ਦੀ ਪਲੇਟਸ ਹੁੰਦੀ ਆ, ਪੋਰਸ਼ਨ ਪਲੇਟ ਇਹਨੂੰ ਕਹਿ ਦਿੰਦੇ ਆ ਆਪਾਂ। ਤੇ ਪਲੇਟ ਇਹ ਹੁੰਦਾ ਕਿ ਤੁਹਾਨੂੰ 48 ਸਟੇਟ 'ਚ ਡਰਾਈਵ ਕਰਨ ਦਾ ਉਹ ਇੱਕ ਤਰ੍ਹਾਂ ਦੀ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਆ ਕਿ ਤੁਸੀਂ 48 ਸਟੇਟ 'ਚ ਡਰਾਈਵ ਕਰ ਸਕਦੇ ਹੋ। ਕਈ ਵਾਰ ਕਹਿੰਦੇ ਪਲੇਟਾਂ ਨਹੀਂ ਆਈਆਂ ਜਾਂ ਰਿਨਿਊਵਲ ਨਹੀਂ ਹੁੰਦੀ, ਉਹਨੂੰ ਵੀ ਅਸੀਂ ਕਹਿ ਦਿੰਦੇ ਹਾਂ ਕਿ ਪਲੇਟਾਂ ਨਹੀਂ ਆਈਆਂ ਜੀ, ਹਜੇ ਤੱਕ ਰੀਨਿਊ ਹੋ ਕੇ। ਤੇ ਉਹ IRP ਪਲੇਟਸ ਹੁੰਦੀ ਹੈ, ਬੇਸਿਕਲੀ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਕਿ ਤੁਸੀਂ 48 ਸਟੇਟ 'ਚ ਜਾ ਸਕਦੇ ਹੋ। ਤੁਹਾਡੇ ਟਰੱਕ ਦੀ ਰਜਿਸਟ੍ਰੇਸ਼ਨ, ਉਹਨੂੰ ਆਪਾਂ ਉਹਦੇ ਰਜਿਸਟਰ ਨੂੰ ਕੈਬ ਕਾਰਡ ਵੀ ਕਹਿ ਦਿੰਦੇ ਹਾਂ, ਜਿਹਦੇ ਉੱਪਰ ਸਾਰੇ ਸਟੇਟਾਂ ਦਾ ਤੁਹਾਡੇ ਉੱਪਰ ਵਿਵਰਾ ਹੁੰਦਾ ਕਿ 80,000 ਪਾਊਂਡ ਜਿਹੜਾ ਹੈਗਾ ਤੁਸੀਂ ਮੈਕਸ ਕੈਰੀ ਕਰ ਸਕਦੇ ਹੋ। ਉਹਦੇ ਉੱਪਰ 80 ਲਿਖਿਆ ਹੁੰਦਾ। ਕਈ ਵਾਰ ਮੁੱਦਾ ਕਹਿ ਦਿੰਦੇ ਵੀ 80,000 ਲਿਖਿਆ, ਇਹ ਭਾਜੀ ਕਿਉਂ ਲਿਖਿਆ? ਸਾਰੀ ਸਟੇਟਾਂ ਦਾ ਵਿਵਰਾ ਹੁੰਦਾ ਕਿ ਤੁਸੀਂ ਇਸੇ ਸਟੇਟ 'ਚ 80,000 ਮੈਕਸ ਕੈਰੀ ਕਰ ਸਕਦੇ ਹੋ, ਇੰਨਾ ਹੀ ਲੋਡ ਕੈਰੀ ਕਰ ਸਕਦੇ ਹੋ, ਇੰਨਾ ਹੀ ਕੈਰੀ ਕਰ ਸਕਦੇ ਹੋ। ਜਿਹੜੀ ਟਰੱਕਾਂ ਦੇ ਪਿੱਛੇ ਨੰਬਰ ਪਲੇਟ ਲੱਗੀ ਹੁੰਦੀ, ਉਹਨੂੰ ਕੀ ਕਹਿੰਦੇ ਆ? ਉਹ IRP ਅੱਗੇ ਲੱਗੀ ਹੁੰਦੀ ਆ। ਜਿਹੜੀ ਪਲੇਟਾਂ ਦੀ ਗੱਲ ਹੈ, ਇਹ ਅੱਗੇ ਲੱਗੀ ਹੁੰਦੀ ਹੈ। ਇੱਕ ਹੀ ਪਲੇਟ ਆਉਂਦੀ ਹੈ ਇਹਨਾਂ ਦੀ IRP ਦੀ, ਉਹ ਅੱਗੇ ਲੱਗੀ ਹੁੰਦੀ ਹੈ। ਜਿਹੜੀ ਰਜਿਸਟ੍ਰੇਸ਼ਨ ਆ ਜੇ ਸਪੋਜ਼ ਕੈਲੀਫੋਰਨੀਆ ਦੀ, ਉਹੀ ਪਲੇਟ, ਉਹੀ ਪਲੇਟ ਕਹਿੰਦੇ ਆ ਜੀ ਉਹਨੂੰ, IRP ਪੋਰਸ਼ਨ ਪਲੇਟ। ਮਤਲਬ ਰਜਿਸਟ੍ਰੇਸ਼ਨ ਨੰਬਰ ਜਿਹੜਾ ਜਿੱਦਾਂ ਕਾਰਾਂ ਦੇ ਪਿੱਛੇ ਲੱਗਾ ਵਾ, ਉਹਦੀ ਪਲੇਟ ਆ। ਤੇ ਆਪਾਂ ਕਾਰ ਦੀ ਪਲੇਟ ਆ, ਹਾਂਜੀ, ਇਹ ਟਰੱਕ ਦੀ ਪਲੇਟ ਹੈ, ਇਹ ਟਰੱਕ ਦੀ ਪਲੇਟ ਆ, ਲੇਕਿਨ ਇਹਦੇ ਵਿੱਚ ਪਰਮਿਟ ਨੇ। ਹਾਂਜੀ, ਇਹਦੇ ਵਿੱਚ ਇਹ ਹੈ ਕਿ 48 ਸਟੇਟ ਦੀ ਹੈ, ਉਹਨਾਂ ਨੇ ਆਪਣੀ ਹਿੱਸੇ ਦੇ ਹਿਸਾਬ ਨਾਲ ਔਰ ਆਪਣੇ ਪੋਰਸ਼ਨ ਦੇ ਹਿਸਾਬ ਨਾਲ, ਜਿੱਦਾਂ ਅਸੀਂ ਰਿਨਿਊਵਲ ਕਰਦੇ ਹਾਂ ਤੇ ਜਿੰਨੀ ਮਾਈਲਾਂ ਸਟੇਟਾਂ 'ਚ ਚੱਲਿਆ ਉਹਦੇ ਹਿਸਾਬ ਨਾਲ ਉਹ ਆਪਣਾ ਹਿੱਸਾ ਲੈ ਜਾਂਦੇ ਵਿੱਚੋਂ। ਇੱਕ ਹੋਰ ਗੱਲ, ਇਹ ਤਾਂ ਹੋ ਗਈ ਗੱਲ ਆਪਣੀ ਪਲੇਟਾਂ ਦੀ, DOT ਸਾਰਾ ਹੋ ਗਿਆ। ਹੁਣ ਇੱਕ ਉਹ ਕਹਿੰਦੇ ਜੀ ਆਪਣੇ ਸਟicker ਦੇ ਦੇ। ਠੀਕ ਹੈ, ਸਟicker ਕੀ ਚੀਜ਼ ਹੈ ਇਹਦੇ 'ਚ? ਯੂਜਲੀ ਇਹ ਜਿਹੜਾ ਟ੍ਰੈਂਡ ਆ ਸਟicker ਵਾਲਾ, ਇਹ ਓਨਰ ਆਪਰੇਟਰਸ ਜਿਨ੍ਹਾਂ ਕੋਲ ਆਪਣੀ ਖੁਦ ਦੀ ਅਥਾਰਟੀ ਨਹੀਂ ਹੈ, ਜਿਹੜੀ ਖੁਦ ਦੀ ਅਥਾਰਟੀ ਨਹੀਂ ਵਰਤਦੇ, ਉਹ ਕਹਿੰਦੇ ਕਿ ਅਸੀਂ ਲੀਜ਼ ਟੂ ਟਰੱਕ ਕਰਨਾ ਵਾ, ਕਿਉਂਕਿ ਉਹ ਆਪਣੀ ਅਥਾਰਟੀ ਨਹੀਂ ਚਲਾ ਰਹੇ ਜਾਂ ਉਹਨਾਂ ਨੂੰ ਫੋਰ ਐਗਜ਼ਾਮਪਲ ਨਵੇਂ ਇਸ ਚੀਜ਼ 'ਚ ਵੈਂਚਰ ਆਏ, ਉਹ ਆਪਣੇ ਟਰੱਕਸ ਲੈ ਲੈਂਦੇ। ਉਹ ਚਾਹੁੰਦੇ ਕਿ ਉਹਨੇ ਡਰਾਈਵ ਕਰੀ, ਕਹਿਣ ਦਾ ਭਾਅ ਨੋਰਮਲ ਜਾ, ਮੈਂ ਗੱਡੀ ਲੈ ਲਈ ਆ, ਮੈਂ ਤੁਹਾਡੇ ਨੂੰ ਕਿਰਾਏ 'ਤੇ ਦੇ ਦਿੱਤੀ ਹੈ ਜੀ। ਅੱਛਾ, ਹਾਂਜੀ, ਮੈਂ ਤੁਹਾਨੂੰ ਕਿਰਾਏ 'ਤੇ ਦੇ ਦਿੱਤੀ ਆ, ਜਿੱਦਾਂ ਚਲਾਓਗੇ, ਜਿੰਨਾ ਕਿ ਬਣਨਾ ਇਹਦਾ ਬੈਲੈਂਸ, ਜਿੰਨੀ ਇਹ ਆਪਣਾ ਕਰੂਗਾ ਕੰਮ, ਜਿੰਨਾ ਕਿ ਮੇਰੀ ਗੱਡੀ ਕਰੂਗੀ, ਉਹਦਾ ਇੰਨਾ ਪੋਰਸ਼ਨ ਜੀ ਤੁਹਾਡਾ, ਜਿਹਨੂੰ ਅਸੀਂ ਡਿਸਪੈਚ ਦੇ ਤੌਰ 'ਤੇ ਕਰ ਲੈਂਦੇ ਹਾਂ, ਇੰਨਾ ਮੇਰਾ। ਨਹੀਂ, ਸਟicker ਜਿਹੜੇ ਆ ਉੱਪਰ ਸਾਈਨ ਹਾਂ, ਉਹ USDOT MC ਹੁੰਦਾ।
ਅੱਛਾ, ਉਹ ਸਟicker ਕਈ ਕਹਿੰਦੇ ਲੈ ਲੇ, ਕਈ ਕਹਿੰਦੇ ਆ ਕਿ ਅਸੀਂ ਅਥਾਰਟੀ ਆਪਣੀ ਲੈਣੀ ਹੈ ਜੀ, ਆਪਣੇ ਸਟicker ਲੈਣੇ ਆ ਜੀ, ਤਾਂ ਉਹ USDOT MC ਹੁੰਦੀ ਹੈ। ਕਈ ਆਪਣੇ ਸਟicker ਜਿੱਦਾਂ ਕਹਿ ਦਿੰਦੇ ਕਿ ਮੇਰੇ ਆਪਣੇ ਖੁਦ ਦੇ ਆਪ ਦੇ ਸਟicker ਆ, ਦੈਟ ਮੀਨਸ ਕਿ ਉਹ ਆਪਣੀ ਅਥਾਰਟੀ ਖੁਦ ਲੈ ਕੇ ਉਹਦੀ ਆਪ ਦੀ ਅਥਾਰਟੀ ਹੈ। ਕਈ ਕਹਿੰਦੇ ਕਿ ਮੈਂ ਭਾਜੀ ਜਿੱਦਾਂ ABC ਭਾਜੀ ਤੋਂ ਮੈਂ ਸਟicker ਲੈ ਲਿਆ ਜੀ, ਉਹਨਾਂ ਦੇ ਸਟicker ਲਾਏ ਹੋਏ ਆ, ਯਾਨੀ ਕਿ ਉਹ ਉਹਨਾਂ ਦੀ ਅਥਾਰਟੀ ਯੂਜ਼ ਕਰ ਰਹੇ ਆ। ਅੱਛਾ, ਉਹਨਾਂ ਦੀ ਥੋੜੀ ਯੂਜ਼ ਹਾਂਜੀ, ਉਹ ਇਹ ਭਾਸ਼ਾ ਹੈ ਜੀ ਉਸ ਅੱਛਾ, ਹਾਂ ਉਹਨਾਂ ਦੀ ਕਲੈਰਿਟੀ ਥੋੜੀ ਜਿਹੀ ਹੋਈ। ਅੱਛਾ, ਇੱਕ ਹੋਰ ਹੈ ਜਿੱਦਾਂ ਵੀ ਟਰਾਲਾ ਵਾ ਜਾਂ ਟਰੱਕ ਆ, ਟਰੱਕ ਦੇ ਉੱਪਰ ਸਾਈਨ ਲੱਗੇ ਹੋਏ ਨੇ ਜੀ ਜੀ ABC ਕੰਪਨੀ, ਜੀ ਜੀ ABC ਲੌਜਿਸਟਿਕ, ABC ਟਰੱਕਿੰਗ ਕੰਪਨੀ, ਸਪੋਜ਼ ਇਹ ਐਗਜ਼ਾਮਪਲ ਨੇ। ਹਾਂਜੀ, ਉਹਨਾਂ ਦਾ ਵੀ ਫਰਕ ਪੈਂਦਾ ਵਾ ਵੀ ਇੱਕ ਬੰਦੇ ਦੀ ਸਪੋਜ਼ ਤੁਹਾਡਾ ਟਰੱਕ ਆ, ਤੁਹਾਡੇ ਨਾਮ ਤੇ ਆ, ਉੱਥੇ ਤੁਹਾਡਾ ਸਟicker ਲੱਗਾ ਹੋਣਾ ਜ਼ਰੂਰੀ ਹੈ ਜਾਂ ਤੁਸੀਂ ਕਿਸੇ ਹੋਰ ਦਾ ਵੀ ਯੂਜ਼ ਕਰ ਸਕਦੇ ਹੋ? ਕਿਸੇ ਹੋਰ ਦਾ ਕਰ ਸਕਦੇ, ਸ਼ਰਤੇ ਤੁਹਾਨੂੰ ਇੰਸ਼ੋਰੈਂਸ ਤੇ ਪਰਮਿਟ ਉਹ ਬੰਦੇ ਦੇ ਲੈਣੇ ਪੈਣੇ ਆ। ਹਾਂ, ਜਿਹਦਾ ਯੂਜ਼ ਜਿਹੜਾ ਸਟicker ਲੱਗੇ ਹੋਏ ਆ। ਹਾਂ ਹਾਂਜੀ, ਜੇ ਤੁਸੀਂ ਲਾਏ ਹੋਏ ਆ ABC ਕੰਪਨੀ ਤੇ, ਤੇ ਉਹ YZC ਕੰਪਨੀ ਦਾ ਤੁਸੀਂ ਇੰਸ਼ੋਰੈਂਸ ਨਹੀਂ ਯੂਜ਼ ਕਰ ਸਕਦੇ, ਉਹ ABC ਦਾ ਇੰਸ਼ੋਰੈਂਸ ਹੋਏਗਾ। ਮਤਲਬ ਇਹਦਾ ਮਤਲਬ ਇਹ ਹੈ ਵੀ ਮੇਰੇ ਕੋਲ ਮੇਰੀ ਇੰਸ਼ੋਰੈਂਸ ਹੈਗੀ ਹੈ ਹਾਂਜੀ ਸਾਰੀ ਤਰ੍ਹਾਂ ਦੀ, ਲੇਕਿਨ ਸਟicker ਮੈਂ ਲਾਏ ਤੁਹਾਡੇ। ਨਹੀਂ, ਇਦਾਂ ਨਹੀਂ ਹੋ ਸਕਦਾ, ਇਦਾਂ ਹੋਣਾ। ਤੇ ਲਾਇਬਿਲਟੀ ਫਿਰ ਤੁਹਾਡੇ ਤੇ ਆ ਜਾਏਗੀ। ਲਾਇਬਿਲਟੀ ਆ ਜਾਏਗੀ ਜਿਹਦੇ ਸਟicker ਲੱਗੇ ਆ, ਉਹਦੀ ਲਾਇਬਿਲਟੀ ਮੇਨ ਫੈਕਟਰ ਆ। ਅੱਛਾ, ਜਿਹਦੇ ਇਹ ਨਹੀਂ ਮਤਲਬ ਵੀ ਟਰੱਕ ਕਿਹਦਾ ਵਾ, ਨਹੀਂ, ਉਹ ਇਹਦਾ ਮਤਲਬ ਨਹੀਂ ਹੁੰਦਾ ਜੀ, ਜਿਹੜੇ ਸਟicker ਲਾਏ ਆ ਉਹਦੇ ਵਿੱਚ ਐਡ ਹੋਣਾ ਚਾਹੀਦਾ ਟਰੱਕ। ਰੱਬ ਨਾ ਕਰੇ ਕੱਲ ਨੂੰ ਐਕਸੀਡੈਂਟ ਹੋ ਜਾਂਦਾ, ਸਟicker ਕਿਸੇ ਹੋਰ, ਇੰਸ਼ੋਰੈਂਸ ਮੇਰੇ ਨਾਮ ਆ, ਟਰੱਕ ਵੀ ਮੇਰੇ ਨਾਮ ਆ, ਟਰਾਲਾ ਵੀ ਮੇਰੇ ਨਾਮ ਆ, ਲੇਕਿਨ ਸਟicker ਤੁਹਾਡੇ ਲੱਗੇ ਹੋਏ ਆ। ਸਟicker ਤੁਹਾਡੇ ਲੱਗੇ ਆ ਤੇ ਉਹਦੇ ਇੰਸ਼ੋਰੈਂਸ 'ਚ ਐਡ ਹੋਣਾ ਚਾਹੀਦਾ। ਇਹ ਥੋੜਾ ਇੰਸ਼ੋਰੈਂਸ ਦਾ ਵਿਸ਼ੇ ਹੈ, ਮਗਰ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈ ਜੋ ਕਹਿੰਦਾ ਉਹ ਹਮੇਸ਼ਾ ਜਿਹੜੇ ਸਟicker ਲੱਗੇ ਹੁੰਦੇ ਆ ਉਹ ਲਾਇਬਲ ਉਹਨੂੰ ਮੰਨਦੇ ਵੀ ਹਾਂ ਉਹਨੂੰ ਲਾਇਬਲ ਆ। ਮਤਲਬ ਬਾਅਦ ਚ ਕੋਰਟ 'ਚ ਕੇਸ ਜਾਂਦਾ, ਫਿਰ ਦੇਖਦੇ ਆ ਕਿ ਕੌਣ, ਹਾਂ ਬਾਅਦ ਦੀ ਗੱਲਾਂ। ਲੇਕਿਨ ਮਤਲਬ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਡਾ ਟਰੱਕ ਆ ਤੇ ਤੁਹਾਡੀ ਇੰਸ਼ੋਰੈਂਸ ਆ ਤੇ ਤੁਸੀਂ ਆਪਣੇ ਹੀ ਸਟicker ਯੂਜ਼ ਕਰੋ, ਆਪਣੇ ਹੀ ਕਰੋ, ਕਿਉਂਕਿ ਆਪਣੇ ਕੰਮ 'ਚ ਜ਼ਿਆਦਾਤਰ ਮੈਂ ਅਲੱਗ-ਅਲੱਗ, ਹਰ ਕਿਸੇ ਦੀ ਅਲੱਗ-ਅਲੱਗ ਪ੍ਰੈਫਰੈਂਸ ਆ। ਕਈ ਬੰਦੇ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਨਹੀਂ ਆਪਾਂ ਇੰਨਾ ਬਰਡਨ ਲੈਣਾ, ਆਪਾਂ ਕਿਸੇ ਦੇ ਸਟicker ਵਰਤ ਕੇ ਚਲੋ ਆਪਣੇ ਟਰੱਕ ਆਪਾਂ ਚਲਾਈ ਚੱਲ ਰਹੇ ਹਾਂ। ਕਈਆਂ ਦਾ ਹੁੰਦਾ ਨਹੀਂ, ਆਪਾਂ ਨੇ ਆਪਣੀ ਅਥਾਰਟੀ ਲੈਣੀ ਆ, ਆਪਣਾ ਕੰਮ ਸ਼ੁਰੂ ਕਰਨਾ, ਆਪਣਾ ਹੀ ਘਰ ਦੀ ਸਾਰੀ ਡਿਸਪੈਚਿੰਗ ਸਿਸਟਮ ਸਾਰਾ ਕਰਨਾ, ਤੇ ਉਹ ਜ਼ਿਆਦਾਤਰ ਜ਼ੋਰ ਦਿੰਦੇ ਆ ਕਿ ਅਸੀਂ ਖੁਦ ਦੀ ਹੀ ਅਥਾਰਟੀਜ਼ ਵਰਤੀਏ, ਖੁਦ ਦਾ ਹੀ ਸਾਰਾ ਕੁਝ ਰੱਖੀਏ। ਤੇ ਦੋ ਤਰ੍ਹਾਂ ਦੀ ਪ੍ਰੈਫਰੈਂਸ ਨੇ ਬੰਦੇ ਦੀ, ਬਰਡਨ ਕਿੰਨਾ ਲੈਣਾ ਚਾਹੁੰਦੇ ਆ। ਦੂਸਰੀ ਗੱਲ ਹੈ ਜਿਹੜੇ ਤੁਸੀਂ ਮੈਨੂੰ ਆ ਦੱਸਿਆ ਰਿਕੁਆਇਰਮੈਂਟਸ, ਇਹਦੇ ਵਾਸਤੇ ਕਿੰਨੀਆਂ ਸਰਕਾਰੀ ਤੌਰ ਤੇ ਫੀਸਾਂ ਹੁੰਦੀਆਂ? ਸਰਕਾਰੀ ਕੋਲ ਹਾਂਜੀ, ਇਹ ਬਰਡਨ ਬੇਸਿਕਲੀ ਇਹ ਹੈ ਕਿ ਤੁਹਾਨੂੰ ਹਰ ਜਿੱਦਾਂ ਕੁਆਟਰਲੀ ਤੁਹਾਨੂੰ ਭਰਨਾ ਪੈਂਦਾ, ਐਫਟਾ ਭਰਨਾ ਪੈਂਦਾ, ਜੂਨ ਤੋਂ ਜੁਲਾਈ ਤੱਕ ਦਾ 20 to 90 IRS ਦਾ ਟੈਕਸ ਭਰਨਾ ਪੈਂਦਾ, ਫਿਰ ਤੁਹਾਨੂੰ ਹਰ ਸਾਲ ਰੀਨਿਊ ਕਰਾਣੀ ਪੈਣੀ ਹੈ ਆਪਣੀ ਪਲੇਟਾਂ, ਡਿਪੈਂਡਿੰਗ ਔਨ ਹਾਊ ਮੈਨੀ ਮਾਈਲ ਯੂ ਡਰੋਵ। ਅੱਛਾ, ਮਤਲਬ ਮਾਈਲਸ ਦੇ ਹਿਸਾਬ ਨਾਲ? ਮਾਈਲ ਦੇ ਹਿਸਾਬ ਨਾਲ, ਲੈਫਟਾ ਵੀ ਤੁਸੀਂ ਮਾਈਲ ਦੇ ਹਿਸਾਬ ਨਾਲ ਭਰਦੇ ਹੋ। ਜਿਹੜਾ ਨਿਊ ਮੈਕਸੀਕੋ ਆ ਉਹ ਤੁਹਾਡਾ ਮਾਈਲ ਦੇ ਨਾਮ ਨਾਲ, ਬਾਕੀ ਜਿਹੜੇ ਤੁਹਾਡੇ ਫਿਊਲ ਪਰ ਕੈਲੀਫੋਰਨੀਆ ਐਫਟਾ ਉਹ ਮਾਈਲਸ ਤੇ ਤੁਹਾਡੇ ਗੈਲਨਸ ਹੋਣੀ ਚਾਹੀਦੀਆਂ, ਦੋਨੋਂ ਵਿੱਚ ਹੋਣੀ ਚਾਹੀਦੀਆਂ। ਤੇ ਹੁਣ ਨਿਊਯਾਰਕ ਵਾਲੇ ਉਹ ਮਾਈਲਸ ਲੈਂਦੇ ਆ, ਕੰਟਕੀ ਵਾਲੇ ਮਾਈਲਸ ਲੈਂਦੇ ਆ, ਦੈਨ ਉਹ ਸਾਰੇ ਮਾਈਲਸ ਦੇ ਉੱਪਰ ਜਾ ਰਹੇ ਹੁੰਦੇ ਆ। ਬਟ ਕੈਲੀਫੋਰਨੀਆ ਐਫਟਾ ਭਰਨਾ ਮਾਈਲ ਤੇ ਗੈਲਨ ਤੁਹਾਨੂੰ ਦੋਨੋਂ ਭਰਨੇ ਪੈਂਦੇ ਆ। ਜਦ ਤੁਹਾਡੀ IRP ਰਿਨਿਊਅਲ ਹੋਣੀ ਹੈ ਤਾਂ ਤੁਹਾਨੂੰ ਮਾਈਲ ਰਿਪੋਰਟ ਕਰਨੇ ਪੈਂਦੇ ਆ, ਮਾਈਲ ਰਿਪੋਰਟ ਕਰਨੇ ਪੈਂਦੇ। ਤੇ ਜਿਹੜੀ ਉਹਦੀ ਰਿਨਿਊਅਲ ਦੀ ਫੀਸ ਆ ਉਹ ਮਾਈਲਸ ਦੇ ਹਿਸਾਬ ਨਾਲ ਹੁੰਦੀ ਆ। ਕਈ ਅੱਜ ਕੱਲ ਕੁਐਸਚਨ ਆਉਂਦਾ ਕਿ ਮੇਰੀ ਪਲੇਟਾਂ ਬਹੁਤ ਮਹਿੰਗੀ ਪੈ ਗਈਆਂ ਜੀ, ਇੰਨੀ ਕਿਉਂ ਪਈਆਂ, ਦੂਜੇ ਦੀ ਤਾਂ 2000 ਦੀ ਆਈ, ਮੇਰੀ ਕਿਉਂ ਨਹੀਂ ਆਈ? ਉਹ ਹੁੰਦਾ, ਡਿਪੈਂਡ ਕਰਦਾ ਤੁਸੀਂ ਕੈਲੀਫੋਰਨੀਆ ਕਿੰਨੇ ਚੱਲੇ ਹੋ। ਜੇ ਕੈਲੀਫੋਰਨੀਆ ਤੁਸੀਂ 25% ਦੇ ਨੀਅਰ ਅਬਾਊਟ ਚੱਲੇ ਹੋ, ਉਹ ਤੋਂ ਜ਼ਿਆਦਾ ਚੱਲੇ ਹੋ, ਦੈਟ ਮੀਨਸ ਕਿ ਤੁਹਾਡੀ ਫੀਸ ਆਟੋਮੈਟਿਕਲੀ ਉਹ ਜ਼ਿਆਦਾ ਆਏਗੀ, ਉਹ ਜ਼ਿਆਦਾ ਆਏਗੀ। 25% ਤੋਂ ਜ਼ਿਆਦਾ ਚੱਲਿਓ ਕੈਲੀਫੋਰਨੀਆ, ਫਿਰ ਤੁਹਾਡੀ ਫੀਸ ਜ਼ਿਆਦਾ ਲਾਂਦਾ ਹੀ ਲਾਂਦਾ। ਹੋਰ ਕੋਈ ਖਾਸ ਰਿਕੁਆਇਰਮੈਂਟ ਜਿਹੜੀ ਹੋਵੇ ਇਹਦੇ ਵਿੱਚ? ਖਾਸ ਰਿਕੁਆਇਰਮੈਂਟ ਇੱਥੇ ਇਹ ਲੈ ਕੇ ਚੱਲਣੀ ਚਾਹੀਦੀ ਹੈ ਜੀ, ਅੱਜ ਕੱਲ ਜਿਹੜਾ ਮੁੱਦਾ ਸਭ ਤੋਂ ਜ਼ਿਆਦਾ ਆ ਰਿਹਾ, ਜਿਹੜੇ ਨਿਊ ਵੈਂਚਰ ਸ਼ੁਰੂ ਹੁੰਦੇ ਆ, ਨਿਊ ਐਂਟਰੈਂਟ ਆਡਿਟ ਦਾ, ਜਿਹੜੇ 12 ਮਹੀਨਿਆਂ ਦੇ ਅੰਦਰ ਅੰਦਰ ਨਿਊ ਐਂਟਰਡ ਆਡਿਟ ਆਉਂਦਾ। ਉਹਦੇ ਵਿੱਚ ਜਦੋਂ ਆਡਿਟ ਆਉਂਦਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਆਫਿਸਰ ਕਹਿੰਦਾ ਓਕੇ ਯੂ ਪਾਸ ਦਾ ਆਡਿਟ, ਉਸ ਤੋਂ ਬਾਅਦ ਤੁਹਾਡੀ ਜਿਹੜੀ ਅਥਾਰਟੀ ਆ ਉਹ ਪਰਮਾਨੈਂਟ ਕਰ ਦਿੱਤੀ ਜਾਂਦੀ ਹੈ, ਉਸ ਤੋਂ ਪਹਿਲਾਂ ਟੈਂਪਰੇਰੀ ਹੁੰਦੀ ਹੈ। ਓਕੇ। ਤੇ ਉਹ ਅੱਜ ਕੱਲ ਕਿਆ ਹੈ ਕਿ ਅੱਜ ਕੱਲ ਸਾਡੇ ਕੋਲ ਮੁੱਦਾ ਆ ਰਿਹਾ ਕਿ ਮੈਨੂੰ ਚਿੱਠੀ ਨਹੀਂ ਮਿਲੀ, ਮੈਨੂੰ ਮੇਲ ਨਹੀਂ ਮਿਲੀ, ਜਾਂ ਕਈ ਬੰਦੇ ਕਹਿੰਦੇ ਵੀ ਸਾਨੂੰ ਮੇਲ ਨਹੀਂ ਮਿਲੀ ਬਟ ਮੇਰੇ ਤੋਂ ਪਤਾ ਨਹੀਂ ਲੱਗਿਆ ਕਿ ਮੈਂ ELD ਕੁਛ ਬਈ ਮੈਨੂੰ ਇਹ ਰਿਕੁਆਇਰਮੈਂਟ ਸੀਗੀ ELD ਦੀ, ਮੈਂ ਉਹ ਪੂਰੀ ਨਹੀਂ ਕਰ ਪਾਇਆ। ਉਹਦੇ ਵਿੱਚ ਬਹੁਤ ਅੱਜ ਕੱਲ੍ਹ ਕਠਿਨਾਈ ਆ ਰਹੀ ਹੈ। ਉਹ ਨਿਊ ਐਂਟਰੈਂਟ ਆਡਿਟ ਪਾਸ ਕਰਨਾ ਬਹੁਤ ਸੌਖਾ, ਕੋਈ ਇੱਦਾਂ ਦੀ ਗੱਲ ਨਹੀਂ, ਕੋਈ ਰੌਕਟ ਸਾਇੰਸ ਉਹਦੇ ਅੰਦਰ ਹੈ ਨਹੀਂ ਆ। ਬਟ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਦਾ, ਅਗਰ ਮੈਂ ਦੇਖਦਾ FMCSA ਦੀ ਜੇ ਵੈਬਸਾਈਟ 'ਤੇ ਜਾ ਕੇ A&I 'ਤੇ ਜਾ ਕੇ ਦੇਖਦਾ, ਤੇ ਅੱਜ ਕੱਲ੍ਹ ਬਹੁਤ ਬੰਦੇ ਉਸ ਚੀਜ਼ ਨੂੰ ਫੇਲ ਕਰ ਰਹੇ ਆ। ਤੇ ਬੇਸਿਕਲੀ ਉਹ ਕਿ ਕਰੈਕਸ਼ਨ ਪਲਾਨ ਆ ਤੁਹਾਡਾ ਕਿ ਹਾਂ ਤੁਸੀਂ ਵੀ ਜੇ ਤੁਹਾਨੂੰ ਗਲਤੀ ਹੋ ਗਈ ਤੇ ਕਰੈਕਟ ਕਰ ਲਓ, ਕੋਈ ਦਿੱਕਤ ਨਹੀਂ ਹੈ, ਮਗਰ ਉਹਨੂੰ ਕਰੋ ਇੱਕ ਵਾਰ। ਕਈ ਲੋਕ ਉਹਨੂੰ ਨਜ਼ਰਅੰਦਾਜ਼ ਕਰ ਦਿੰਦੇ, ਕੋਈ ਨਹੀਂ ਯਾਰ ਛੱਡਤਾ, ਕੋਈ ਨਹੀਂ ਜਾਓ, ਬਟ ਇੱਦਾਂ ਨਜ਼ਰਅੰਦਾਜ਼ ਕਰਨਾ ਨਹੀਂ ਚਾਹੀਦਾ। ਇੱਕ ਵੇਲਾ ਹੋ ਗਿਆ ਜੀ ਬ੍ਰੇਕ ਲੈਣ ਦਾ, ਕਿਤੇ ਜਾਈਓ ਨਾ, ਹੁਣੀ ਹਾਜ਼ਰ ਹੁੰਨੇ ਆ। ਇਸੇ ਤਰ੍ਹਾਂ ਜਾਣਕਾਰੀ ਤੁਹਾਨੂੰ ਜੰਗਸ਼ੇਰ ਜੀ ਦਿੰਦੇ ਰਹਿਣਗੇ। ਅਗਲੇ ਸੈਗਮੈਂਟ ਦੇ ਵਿੱਚ ਇਸੇ ਤੇ ਹੀ ਹੋਰ ਵਿਸ਼ਾ ਲੈ ਕੇ ਗੱਲ ਕਰਾਂਗੇ।
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸਾਡੀ ਅੱਜ ਚਰਚਾ ਚੱਲ ਰਹੀ ਸੀ ਜੰਗਸ਼ੇਰ ਤੰਬੜ ਨਾਲ ਕਿ ਕੋਈ ਬੰਦਾ ਕੋਈ ਟਰੱਕਿੰਗ ਇੰਡਸਟਰੀ 'ਚ ਆਉਣਾ ਚਾਹੁੰਦਾ ਹੈ ਤੇ ਉਹਨੂੰ ਕਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਪੂਰੀਆਂ ਕਰਨੀਆਂ ਹੋਣਗੀਆਂ, ਉਹਦੇ ਬਾਰੇ ਜਿਹੜੀ ਚਰਚਾ ਚੱਲ ਰਹੀ ਸੀ। ਜੰਗਸ਼ੇਰ ਜੀ, ਆਪਾਂ ਗੱਲ ਕਰ ਲਈ ਹੈ ਸਾਰੀ ਵੀ ਆਹ ਰਿਕੁਆਇਰਮੈਂਟਸ ਹੈਗੀਆਂ ਨੇ। ਇਸ ਤੋਂ ਇਲਾਵਾ ਕੰਪਨੀ ਖੁੱਲ੍ਹ ਗਈ, ਸਭ ਕੁਝ ਹੋ ਗਿਆ, ਹੋਰ ਰਿਕੁਆਇਰਮੈਂਟਸ ਵੀ ਕੋਈ ਹੈਗੀਆਂ ਨੇ? ਕੰਪਨੀ ਖੁੱਲ੍ਹਣ ਤੋਂ ਬਾਅਦ ਕੀ ਕਰਨਾ ਪੈਂਦਾ? ਕੰਪਨੀ ਖੁੱਲ੍ਹਣ ਤੋਂ ਬਾਅਦ ਤੁਹਾਨੂੰ ਜਦ ਤੁਸੀਂ ਟਰੱਕ ਦੇ ਉੱਪਰ ਜਾਣਾ ਵਾ ਆਪਣੇ ਵਹੀਕਲ ਦੇ ਉੱਪਰ, ਉਸ ਤੋਂ ਪਹਿਲਾਂ ਤੁਹਾਨੂੰ ਡਰੱਗ ਔਰ ਆਪਣਾ ਡਰੱਗ ਟੈਸਟ ਕਰਾਉਣਾ ਪੈਣਾ। ਇਹਨੂੰ ਯੂਰੀਨ ਸੈਂਪਲ ਆਪਾਂ ਆਪਣੀ ਲੈਬ 'ਚ ਆਪਣੇ ਆਫਿਸ 'ਚ ਲੈ ਕੇ ਉੱਥੇ ਕਲੈਕਸ਼ਨ ਸਾਈਟ 'ਤੇ ਕਲੈਕਟ ਕਰਕੇ ਅਸੀਂ ਲੈਬ ਨੂੰ ਭੇਜਦੇ ਹਾਂ। MRO ਦਾ ਰਿਜ਼ਲਟ ਆਉਂਦਾ ਨੈਗੇਟਿਵ ਪੋਜ਼ਿਟਿਵ ਦਾ, ਦੈਨ ਤੁਸੀਂ ਆਪਣੇ ਟਰੱਕ 'ਤੇ ਉਹਨੂੰ ਕਿਸੇ ਵੀ ਜੇ ਡਰਾਈਵਰ ਹਾਇਰ ਕੀਤਾ ਤੁਸੀਂ ਐਜ਼ ਓਨਰ ਵੀ ਜਾ ਰਹੇ ਹੋ, ਤੁਸੀਂ ਫਿਰ ਜਾ ਸਕਦੇ ਹੋ ਰਿਜ਼ਲਟ ਆਉਣ ਤੋਂ ਬਾਅਦ। ਇਹ ਬਹੁਤ ਬੜਾ ਹੈ। ਨਹੀਂ, ਇਹ ਮੇਰਾ ਇਹ ਕੁਐਸਚਨ ਵਿੱਚ ਹੈ, ਸਪੋਜ਼ ਮੈਂ ਟਰੱਕ ਲੈ ਲਿਆ, ਮੈਂ ਓਨਰ ਆ, ਲੇਕਿਨ ਮੈਂ ਡਰਾਈਵਰ ਹਾਇਰ ਕੀਤਾ ਜੀ, ਮੈਂ ਟਰੱਕ ਨਹੀਂ ਚਲਾਉਂਦਾ, ਮੇਰੇ ਡਰਾਈਵਰ ਚਲਾਉਂਦਾ ਜੀ, ਮੈਨੂੰ ਲੈਣਾ ਪੈਣਾ? ਹਾਂ, ਜੇ ਤੁਹਾਡੇ ਕੋਲ ਕਲਾਸ ਸੀ ਔਰ ਤੁਸੀਂ ਅਗਰ ਡਰਾਈਵਰ ਹਾਇਰ ਕੀਤਾ, ਡਰਾਈਵਰ ਤੁਹਾਡਾ ਚਲਾ ਰਿਹਾ, ਉਹਨੂੰ ਲੈਣਾ ਪੈਣਾ। ਜੇ ਮੇਰੇ ਕੋਲ ਇਹ ਲਾਇਸੈਂਸ ਨਹੀਂ ਹੈਗਾ ਤੇ ਤੁਹਾਨੂੰ ਇਹ ਲਾਇਸੈਂਸ ਨਹੀਂ ਹੈ, ਤੁਹਾਨੂੰ ਲੈਣ ਕਰਨ ਦੀ ਲੋੜ ਨਹੀਂ, ਫਿਰ ਮੈਨੂੰ ਲੋੜ ਨਹੀਂ, ਤੁਸੀਂ ਤਾਂ ਟਰੱਕ ਹੀ ਨਹੀਂ ਡਰਾਈਵ ਚਲਾ, ਤਾਂ ਐਲੀਜੀਬਲ ਹੀ ਨਹੀਂ ਹੋ। ਜੇ ਇਹ ਲਾਇਸੈਂਸ ਹੈਗਾ ਵੀ ਆ, ਦੈਨ ਅਗਰ ਤੁਹਾਡੀ ਕੰਪਨੀ 'ਚ ਤੁਸੀਂ ਚਲਾ ਰਹੇ ਹੋ ਜਾਂ ਤੁਸੀਂ ਐਜ਼ ਏ ਓਨਰ ਵੀ ਉਹਦੇ ਵਿੰਗ ਚੱਲ ਰਹੇ ਹੋ, ਤੁਹਾਨੂੰ ਪ੍ਰੋਪਰ ਰਿਪੋਰਟਿੰਗ ਹੋਣੀ ਚਾਹੀਦੀ। ਐਜ਼ ਏ ਡਰਾਈਵਰ ਤੁਹਾਨੂੰ ਪੂਰੀ ਰਿਪੋਰਟਿੰਗ ਹੋਣੀ ਚਾਹੀਦੀ ਕਿ ਮੈਂ ਆਫ ਡਿਊਟੀ ਹਾਂ, ਆਪਣੀ ਲੌਗ ਬੁੱਕ 'ਚ ਵੀ ਮੇਨਟੇਨ ਕਰਨਾ ਹੀ ਕਰਨਾ ਪੈਣਾ ਉਹ। ਅੱਛਾ, ਹੁਣ ਇਹਦੇ 'ਚ ਇੱਕ ਹੋਰ ਗੱਲ ਆ ਜਾਂਦੀ ਆ ਕਿ ਜੇ ਮੇਰੇ ਕੋਲ ਇਹ ਲਾਇਸੈਂਸ ਨਹੀਂ ਹੈਗਾ, ਕਮਰਸ਼ੀਅਲ ਲਾਇਸੈਂਸ, ਤੇ ਮੈਂ ਕੰਪਨੀ ਤਾਂ ਵੀ ਖੋਲ ਸਕਦਾ ਟਰੱਕਿੰਗ ਦੀ? ਹਾਂ, ਖੋਲ ਸਕਦੇ ਹੋ। ਮੈਂ ਟਰੱਕ ਤਾਂ ਵੀ ਮੈਂ ਖਰੀਦ ਸਕਦਾ? ਤੁਹਾਡੀ ਤੱਕ ਤੁਸੀਂ ਖਰੀਦ ਸਕਦੇ ਹੋ, ਉਹ ਤਾਂ ਫਾਈਨੈਂਸ਼ੀਅਲ ਰਿਲੇਟਡ ਜੋ ਵੀ ਤੁਹਾਡੀ ਹੋਏਗਾ, ਤੁਹਾਨੂੰ ਟਰੱਕ ਮਿਲ ਜਾਏਗਾ। ਤੁਸੀਂ ਤਾਂ ਵੀ ਹਾਇਰ ਕਰ ਸਕਦੇ ਹੋ ਡਰਾਈਵਰਸ, ਤਾਂ ਵੀ ਤੁਸੀਂ ਬੰਦਿਆਂ ਨੂੰ ਲੈ ਸਕਦੇ ਹੋ ਔਰ ਆਪਣੇ ਅੱਗੇ ਹਾਇਰ ਇੰਪਲੋਏ ਕਰ ਸਕਦੇ ਹੋ। ਤੁਸੀਂ ਟਰੱਕ ਕੰਪਨੀ ਖੋਲ ਸਕਦੇ ਹੋ, ਕੰਪਨੀ ਖੋਲ ਸਕਦੇ, ਟਰੱਕ ਖਰੀਦ ਸਕਦਾ, ਟਰੱਕ ਖਰੀਦ ਸਕਦੇ ਹੋ। ਅੱਛਾ, ਇਹ ਤਾਂ ਹੋ ਗਈ ਜੀ ਆਪਣੀ ਡਰੱਗ ਟੈਸਟਿੰਗ ਦੀ। ਡਰੱਗ ਟੈਸਟਿੰਗ ਦੇ ਵਿੱਚ ਕੀ ਇਹ ਰਿਕੁਆਇਰਮੈਂਟ ਜਿਹੜੀ ਹੈਗੀ ਆ, ਇੱਕ ਵਾਰ ਹੋ ਗਿਆ ਡਰੱਗ ਟੈਸਟ ਤੇ ਉਹ ਪਰਮਾਨੈਂਟ ਚੱਲੇਗਾ ਜਾਂ ਨਹੀਂ? ਉਹ ਤਾਂ ਰੈਂਡਮ ਪੁੱਲ ਕਰਦੇ ਆ। ਰੈਂਡਮ ਮਤਲਬ ਰੈਂਡਮ ਪੁੱਲ ਕਰਨਾ ਕਿ ਤੁਹਾਡੇ ਜਿਹੜਾ ਇੱਕ ਲੂਪ ਹੁੰਦਾ ਆਪਣਾ ਪੂਰਾ, ਉਹਦੇ ਅੰਦਰ ਪੂਲ ਦੇ ਵਿੱਚ ਅਸੀਂ ਰੈਂਡਮ ਪੁੱਲ ਕਰਦੇ ਹਾਂ, ਜਿਹਦੇ ਅੰਦਰ 50% ਸਾਨੂੰ ਮੇਨਟੇਨ ਕਰਨਾ ਪੈਂਦਾ ਡਰੱਗ ਐਂਡ ਕੰਟਰੋਲ ਸਬਸਟੈਂਸ ਦਾ, ਔਰ 10% ਅਲਕੋਹਲ ਦਾ ਕਰਨਾ ਪੈਂਦਾ, ਜਿਹੜੀ ਕਿ ਅੱਜ ਕੱਲ੍ਹ ਐਜ਼ ਆਫ 2020 ਰਿਕੁਆਇਰਮੈਂਟ ਹੈ 50-10। ਇਹ ਸਾਡਾ ਰੂਲ ਹੈ 50% ਸਬ ਕੰਟਰੋਲ ਸਬਸਟੈਂਸ ਦਾ ਔਰ 10% ਅਲਕੋਹਲ ਦਾ, ਇਹ ਮੇਨਟੇਨ ਕਰਨਾ ਪੈਂਦਾ। ਤੇ ਉਹਦੇ ਵਿੱਚ ਰੈਂਡਮ ਪੁੱਲ ਹੁੰਦੇ ਹੀ ਆ ਡਰਾਈਵਰ ਸਾਰੇ ਆਪਣੇ ਜ਼ਿਆਦਾਤਰ। ਤੇ ਉਹ ਫਿਰ ਜਦ ਵੀ ਤੁਹਾਡਾ ਰੈਂਡਮ ਤੁਹਾਡੀ ਆਉਂਦੀ ਹੈ ਕਾਲ, ਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਕਿ ਹੁਣ ਤੁਹਾਡਾ ਰੈਂਡਮ ਤੁਸੀਂ ਆ ਜਾਓ। ਮਤਲਬ ਰੈਂਡਮ ਦਾ ਮਤਲਬ ਉਹਨਾਂ ਨੇ ਪੁੱਲ ਕਰਨਾ? ਹਾਂਜੀ, ਉਹ ਪੁੱਲ ਕਰਨਾ, ਸਾਡੇ ਜਿਹੜਾ ਸੌਫਟਵੇਅਰ ਆ ਉਹਨੇ ਪੁੱਲ ਕਰਨਾ। ਉਹਨੇ ਪੁੱਲ ਕਰਨਾ ਕਿ ਇੰਨੇ ਪੁੱਲ ਹੋ ਗਏ ਆ, ਚਲੋ ਜੀ ਆ ਜਾਓ ਵੀ ਇਹਦਾ ਅੱਜ। ਇਹ ਸੌਫਟਵੇਅਰ ਕਿਹੜਾ ਗਵਰਨਮੈਂਟ ਦਾ ਸੌਫਟਵੇਅਰ ਹੈ? ਇਹ ਨਹੀਂ ਹੈ, ਡਿਫਰੈਂਟ ਕੰਪਨੀਆਂ ਆਪਣਾ ਦੇਣੀ ਹੈ, ਸਰਟੀਫਾਈਡ ਸੌਫਟਵੇਅਰਸ ਨੇ ਸਾਰੇ ਡਿਫਰੈਂਟ ਦਾ। NDS ਦਿੰਦੀ ਆ, ਬਾਕੀ ਜਿਹੜੀ ਲੈਬ ਨਾਲ ਤੁਹਾਡਾ ਸੈਟਅਪ ਹੈ ਡਿਪੈਂਡਿੰਗ ਔਨ ਦੈਟ ਕਿ ਉਹ ਕਿਆ ਤੁਹਾਨੂੰ ਆਫਰ ਕਰ ਰਹੇ ਆ। ਓਕੇ, ਮਤਲਬ ਫਿਰ ਜਦੋਂ ਤੁਸੀਂ ਰੈਂਡਮਲੀ ਉਹਨੂੰ ਕਹਿ ਦੇਣਾ, ਉਹਨੂੰ ਕਰਾਉਣਾ ਹੀ ਪੈਣਾ, ਕਿਉਂਕਿ ਅਸੀਂ ਲਿਸਟ ਉਹ ਸਾਰੀ ਤੈਅ ਕਰ ਚੁੱਕੇ ਹਾਂ। MRO ਨੂੰ ਰਿਪੋਰਟ ਉਹ ਚੀਜ਼ ਨੂੰ ਕਰਨਾ ਹੀ ਪੈਣਾ। ਅੱਛਾ, ਤੁਸੀਂ ਫਿਰ ਅੱਗੇ ਗਵਰਨਮੈਂਟ ਨੂੰ ਰਿਪੋਰਟ ਕਰ ਦੇਣਾ ਵੀ ਆਹ ਰੈਂਡਮਲੀ ਪੁੱਲ ਹੋਏ? ਹਾਂਜੀ, ਅਸੀਂ ਰਿਪੋਰਟ ਕਰ ਦੇਣਾ ਤੇ ਉਸ ਹਿਸਾਬ ਨਾਲ ਉਹਦੀ ਰਿਪੋਰਟਸ ਬਣਦੀਆਂ। ਫਿਰ ਉਹਨੂੰ ਟੈਸਟ ਕਰਾਉਣਾ ਪੈਣਾ। ਕਈ ਕਹਿੰਦੇ ਕਿ ਨਹੀਂ, ਅਸੀਂ ਨਹੀਂ ਆ ਸਕਦੇ, ਨਹੀਂ ਕਰ ਸਕਦੇ, ਫਿਰ ਸਾਨੂੰ ਉਹਨੂੰ ਰਿਪੋਰਟ ਕਰਨਾ ਪੈਂਦਾ। ਅੱਛਾ, ਫਿਰ ਇਹ ਵੀ ਰਿਪੋਰਟ ਕਰਨਾ ਪੈਂਦਾ ਨੇ। ਰਿਫਿਊਜ਼ਲ ਸਿੱਧਾ ਰਿਫਿਊਜ਼ਲ 'ਚ ਆਉਂਦਾ, ਉਹ ਐਜ਼ ਏ ਕੰਸੀਡਰ ਐਜ਼ ਏ ਨੈਗੇਟਿਵ ਆਉਂਦਾ। ਓਕੇ, ਹਾਂ, ਉਹ ਐਜ਼ ਏ ਪੋਜ਼ਿਟਿਵ ਉਹ ਆਉਂਦਾ, ਨੈਗੇਟਿਵ ਨਹੀਂ। ਉਹਦਾ ਨੈਗੇਟਿਵ ਇਫੈਕਟ ਪੈਂਦਾ, ਬਟ ਉਹ ਐਜ਼ ਏ ਪੋਜ਼ਿਟਿਵ ਤੁਹਾਡਾ ਗਿਣਿਆ ਜਾਂਦਾ ਵੀ ਤੁਸੀਂ ਰਿਫਿਊਜ਼ ਕੀਤਾ ਵੀ ਸਾਡੇ ਨੈਗੇਟਿਵ ਜਾਣਾ। ਜਿਹਨੇ ਰਿਫਿਊਜ਼ ਕਰਤਾ ਉਹਦੇ ਖਿਲਾਫ ਨੈਗੇਟਿਵ ਜਾਣਾ ਕਿ ਬਈ ਤੁਹਾਡੇ ਨੇ ਰਿਫਿਊਜ਼ ਕਰਦਾ, ਐਜ਼ ਏ ਰਿਫਿਊਜ਼ਲ ਗਿਣਿਆ ਜਾਂਦਾ ਉਹ ਬਈ, ਯਾਨੀ ਕਿ ਉਹ ਇਜ਼ ਇਕੁਅਲ ਟੂ ਪੋਜ਼ਿਟਿਵ ਗਿਣਿਆ ਜਾਂਦਾ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਆਈ ਸੀਗੀ ਪਿੱਛੇ ਜੇ, ਕਲੀਅਰਿੰਗ ਹਾਊਸ ਦਾ ਬੜਾ ਆਇਆ ਸੀਗਾ। ਹਾਂਜੀ, ਕਲੀਅਰਿੰਗ ਹਾਊਸ ਕੀ ਚੀਜ਼ ਹੈ? ਕਲੀਅਰਿੰਗ ਹਾਊਸ, ਅਗਰ ਅਸੀਂ ਸਿੰਪਲ ਭਾਸ਼ਾ 'ਚ ਕਹੀਏ, ਕਲੀਅਰਿੰਗ ਹਾਊਸ ਇੱਕ ਤਰ੍ਹਾਂ ਦਾ ਸਿਸਟਮ ਜਿਹਦੇ ਵਿੱਚ ਜਿਹੜਾ ਤੁਸੀਂ ਅਗਰ ਕੋਈ ਡਰਾਈਵਰ ਹਾਇਰ ਕਰ ਰਹੇ ਹੋ ਆਪਣੀ ਕੰਪਨੀ 'ਚ, ਤੇ ਉਹਦੀ ਜਿਹੜੀ FMCSA ਡਰੱਗ ਐਂਡ ਅਲਕੋਹਲ ਰਿਲੇਟਡ ਵਾਇਲੇਸ਼ਨ ਆ, ਤੁਸੀਂ ਉਹਦੀ ਕੁਐਰੀ ਪੁੱਲ ਕਰਕੇ ਤੁਸੀਂ ਉੱਥੇ ਦੇਖ ਸਕਦੇ ਹੋ ਆਪਣੇ ਪੋਰਟਲ ਤੇ ਵੀ ਇਹਦੀ ਕਿਆ ਵਾਇਲੇਸ਼ਨਸ ਰਹੀਆਂ ਨੇ। ਕਦੀ ਇਹਦਾ ਪੋਜ਼ਿਟਿਵ ਵੀ ਆਇਆ, ਜਾਂ ਕਦੀ ਇਹਨੇ ਕੋਈ ਹੋਰ ਵੀ ਇਹਨੇ ਰਿਫਿਊਜ਼ਲ ਕਦੀ ਕੀਤਾ, ਸਾਰੀ ਉਹਦੇ ਉੱਥੇ ਸਾਰੀਆਂ ਆ ਜਾਂਦੀਆਂ, ਇਹਦੀ ਕਿਆ ਇਹਦੇ ਰਿਲੇਟਡ ਇਹਨਾਂ ਦੀਆਂ ਹੋਣੀ। ਉਹਦੇ ਨਾਲ ਐਫੀਸ਼ੀਐਂਸੀ ਵੱਧ ਜਾਂਦੀ ਹੈ, ਪਤਾ ਲੱਗ ਜਾਂਦਾ ਵੀ ਇਹਨੇ ਕਿੰਨੀ ਕੁ ਵਾਰ ਕਿਆ ਹੈ, ਕਿੰਨੀ ਕੁ ਵਾਰ ਇਹਨਾਂ ਦੀ ਕਿਹੜੀ ਵਾਇਲੇਸ਼ਨ ਹੈ। ਮਤਲਬ EMPLOYER ਨੂੰ ਸੌਖ ਹੋ ਜਾਂਦੀ ਜੇ ਕਿਸੇ ਨੇ ਨਵਾਂ ਡਰਾਈਵਰ ਹਾਇਰ ਕਰਨਾ ਤੇ ਉਹਦੇ ਬਾਰੇ ਚ ਜਾਣਕਾਰੀ ਹਾਸਲ ਕਰ ਸਕਦਾ। ਜਾਣਕਾਰੀ ਹਾਸਲ ਕਿਉਰੀ ਤੋਂ ਹੋ ਜਾਂਦੀ ਹੈ, ਸ਼ਰਤੇ ਡਰਾਈਵਰ ਦਾ ਵੀ ਪੋਰਟਲ ਹੋਣਾ ਚਾਹੀਦਾ ਕਲੀਅਰਿੰਗ ਹਾਊਸ ਤੇ। ਨਹੀਂ, ਇਹ ਤਾਂ ਜਦੋਂ ਕੋਈ ਡਰਾਈਵਰ ਜਦੋਂ ਕਮਰਸ਼ੀਅਲ ਲਾਇਸੈਂਸ ਲੈ ਲੈਂਦਾ ਤੇ ਉਹਦਾ ਆਟੋਮੈਟਿਕਲੀ ਨਹੀਂ ਬਣਦਾ, ਬਣਾਉਣਾ ਪੈਂਦਾ, ਉਹਨੂੰ ਸੈਟਅਪ ਕਰਨਾ ਪੈਂਦਾ। ਜੇ ਨਹੀਂ ਕਰਦਾ ਫਿਰ ਉਹਦੀ ਕੁਐਰੀ ਪੁੱਲ ਹੀ ਨਹੀਂ ਹੋਣੀ, ਉਹਨਾਂ ਨੂੰ ਬਣਾਉਣਾ ਪੈਣਾ।
ਉਹ ਡਰਾਈਵਰ ਦੀ ਰਿਸਪੌਂਸਿਬਿਲਟੀ ਹੈ, ਉਹ ਜਿਹੜੇ ਹਾਇਰ ਕਰ ਰਹੇ ਉਹਨਾਂ ਦੀ ਰਿਸਪੌਂਸਿਬਿਲਟੀ ਉਹਦੀ ਨਹੀਂ ਹੈ। ਸਪੋਜ਼ ਮੇਰੇ ਕੋ ਇੱਕ ਡਰਾਈਵਰ ਆਂਦਾ ਵਾ ਵੀ ਮੈਂ ਜੌਬ ਵਾਸਤੇ ਅਪਲਾਈ ਕਰ ਰਿਹਾ ਔਰ ਮੇਰੇ ਕੋਲ ਉਹਦਾ ਰੈਕੋਰਡ ਨਹੀਂ ਆਂਦਾ, ਮੈਂ ਪੁੱਲ ਕਰਦਾ, ਤੇ ਇਹ ਮੇਰੀ ਰਿਸਪੌਂਸਿਬਿਲਟੀ ਮੈਂ ਉਹਨੂੰ ਰੱਖਣਾ ਕਿ ਨਹੀਂ ਰੱਖਣਾ? ਇਹ ਰਿਸਪੌਂਸਿਬਿਲਟੀ ਹੈ, ਉਹਨੂੰ ਕਹੋ ਕਿ ਆਪਣਾ ਬਣਾਓ ਵੀ ਪੋਰਟਲ, ਆਪਣਾ ਪੋਰਟਲ ਬਣਾਓ ਤੇ ਤੁਹਾਡੀ ਇਨਕੁਆਇਰੀ ਪੁੱਲ ਕਰਦੇ ਆ, ਉਹਨਾਂ ਦੀ ਈਮੇਲ 'ਚ ਜਾਏਗੀ ਤੇ ਫਿਰ ਉੱਥੋਂ ਅਟੈਚ ਹੋਏਗਾ ਸਾਰਾ। ਜੇ ਫੇਰ ਵੀ ਮੈਂ ਧਿਆਨ ਨਹੀਂ ਕਰਦਾ ਤੇ EMPLOYER ਦੀ ਗਲਤੀ ਹੈ, ਤੁਹਾਡੀ ਜ਼ਿੰਮੇਵਾਰੀ ਹੈ ਜੀ, ਓਨਰ ਦੀ ਜ਼ਿੰਮੇਵਾਰੀ ਹੈ। ਹਾਂਜੀ, EMPLOYER ਦੀ ਆ ਗਈ, ਉਹ EMPLOYER ਦੀ ਆ ਗਈ ਵੀ ਹਾਂਜੀ ਇਹ ਮਾਲਕ ਦੀ ਜਿਹੜੀ ਹੈਗੀ, ਤੁਸੀਂ ਜਦੋਂ ਹਾਇਰ ਕੀਤਾ ਸੀ ਉਦੋਂ ਉਹ ਤੁਸੀਂ ਦੇਖਿਆ ਕਿਉਂ ਨਹੀਂ, ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਤੇ ਹੁਣ ਇਹ ਵਾਇਲੇਸ਼ਨ ਲੈ ਕੇ ਆਇਆ ਹੋਇਆ ਤੇ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਰਿਕਾਰਡ ਦੇਖ ਕੇ ਨਹੀਂ ਹਾਇਰ ਕੀਤਾ ਇਹਨਾਂ ਨੂੰ। ਉਹ ਕਾਫੀ ਫੈਕਟਰ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਪਲੇ ਕਰਦੇ ਆ, ਕਾਫੀ ਰੋਲ ਨਿਭਾਉਂਦੇ ਆ, ਛੋਟੇ ਛੋਟੇ ਫੈਕਟਰ ਨੇ। ਹੁਣ EPN ਇੰਪਲੋਇਮੈਂਟ ਪੁੱਲ ਨੋਟਿਸ, ਇਹ ਛੋਟੀ ਜੀ ਚੀਜ਼ ਹੈ, $5 ਦਾ ਇੱਕ ਇੰਪਲੋਇਮੈਂਟ ਪੁੱਲ ਨੋਟਿਸ ਆਉਂਦਾ, ਮਗਰ ਬਹੁਤ ਬੜਾ ਰੋਲ ਬਣਾਉਂਦਾ। ਜਦ ਤੁਹਾਡਾ ਬਿਟ ਇਨਸਪੈਕਸ਼ਨ ਹੈ ਕੁਛ ਹੈਗੀ, ਸਭ ਤੋਂ ਪਹਿਲਾਂ ਇੰਪਲੋਇਮੈਂਟ ਪੁੱਲ ਨੋਟਿਸ ਦੇਖਦੇ ਆ, ਇਹ ਡਰਾਈਵਰ ਦਾ ਹੈ, ਇਹਦਾ ਨਹੀਂ ਹੈ, ਇਹਦਾ ਹੈ ਨਹੀਂ ਹੈ, ਉਹਦੀ ਵਾਇਲੇਸ਼ਨ ਦੀ। ਇੰਪਲੋਇਮੈਂਟ ਪੁੱਲ ਨੋਟਿਸ ਇੱਕ ਤਰ੍ਹਾਂ ਦਾ ਸਿਸਟਮ ਹੈ ਜਿਹਦੇ ਵਿੱਚ ਤੁਹਾਡੀ ਪੁੱਲ ਹੁੰਦੀ ਹੈ ਕਿ ਕਿੰਨੀ ਵਾਇਲੇਸ਼ਨ, ਸਸਪੈਂਡਡ ਹੈ ਕਿ ਲਾਇਸੈਂਸ ਨਹੀਂ, ਉਹਦੇ ਇੱਕ ਤਰ੍ਹਾਂ ਦਾ ਇੱਕ ਓਵਰਵਿਊ ਦੇ ਦਿੰਦਾ ਤੁਹਾਨੂੰ। ਓਕੇ, ਹਾਂਜੀ, ਉਹ ਇੱਕ ਤਰ੍ਹਾਂ ਦਾ ਨਾ ਤੁਹਾਨੂੰ ਅਲੱਗ ਹੀ ਉਸ ਬੰਦੇ ਨੂੰ ਦਿਖ ਜਾਂਦਾ ਬਹੁਤ, ਯਾਨੀ ਕਿ ਇੱਕ ਸਫੀਸ਼ੀਐਂਟ ਬੜਾ ਪੇਪਰ ਹੁੰਦਾ ਵਾਈਟ ਕਲਰ ਦਾ, ਉਹਦੇ ਉੱਪਰ ਸਾਰਾ ਲਿਖਿਆ ਹੁੰਦਾ ਵੀ ਇਹਦੇ ਦਾ ਕੀ ਹੈਗਾ, ਸਸਪੈਂਡਡ ਦਾ, ਲਾਇਸੈਂਸ ਦਾ ਹੈ, ਅਗਰ ਨਹੀਂ ਆ ਤੇ ਖਾਲੀ ਆਂਦਾ। ਤੇ ਦੂਸਰਾ ਇੱਕ ਇਹ ਵੀ ਆਇਆ ਵੀ ਕਈ ਵਾਰ ਸੁਣਨ ਚ ਆਂਦਾ ਵਾ ਆਡਿਟ ਲੱਗ ਗਿਆ। ਆਡਿਟ ਵੀ ਦੋ ਪ੍ਰਕਾਰ ਦੇ ਹੁੰਦੇ ਆ, ਇੱਕ ਹੁੰਦਾ FMCSA ਦਾ ਸਿੱਧਾ ਹੀ, ਇੱਕ ਹੁੰਦਾ ਬਿਟ ਇਨਸਪੈਕਸ਼ਨ ਆ ਜਾਂਦੀ ਹੈ। ਇਹੋ ਜਿਹੀ ਕੋਈ ਜੇ ਤੁਸੀਂ ਪ੍ਰੋਪਰ ਆਪਣਾ ਪੇਪਰ ਵਰਕ ਕੀਤਾ ਹੋਇਆ, ਤੁਸੀਂ ਪ੍ਰੋਪਰ ਕੰਪਲਾਈਂਸ ਆਪਣਾ ਮੇਨਟੇਨ ਕਰ ਰਹੇ ਹੋ, ਸਭ ਤੋਂ ਬੜੀਆ ਗੱਲ, ਜੇ ਤੁਸੀਂ ਮੇਨਟੇਨੈਂਸ ਰਿਕਾਰਡ ਆਪਣਾ ਮੇਨਟੇਨ ਕਰ ਰਹੇ ਹੋ ਤੇ ਫਿਰ ਕੋਈ ਦਿੱਕਤ ਨਹੀਂ ਉਹਦੀ ਆਉਂਦੀ। 1% ਵੀ ਤੁਸੀਂ ਆਪਣਾ ਆਏ, ਤੁਸੀਂ ਆਪਣਾ ਰਿਕਾਰਡ ਕੀਤਾ। ਕਈ ਕੰਪਨੀਆਂ ਕਈ ਬੰਦਿਆਂ ਮੈਂ ਦੇਖਿਆ ਉਹ ਆਉਂਦੇ, ਅੱਛਾ ਆ ਗਿਆ ਆਡਿਟ, ਬੜੇ ਸੀਰੀਅਸਲੀ ਨਹੀਂ ਲੈਂਦੇ, ਲਾਈਟਲੀ ਲੈ ਰਹੇ ਹੁੰਦੇ। ਕਈ ਹੁੰਦੇ ਆ ਕਿ ਜਿਹੜੇ ਕਹਿੰਦੇ ਆ ਉਹ ਇਹ ਆਡਿਟ ਆ ਗਿਆ ਹੁਣ ਕੀ ਕਰਨਾ। ਦੋ ਤਰ੍ਹਾਂ ਦੇ ਫੈਕਟਰ ਹੁੰਦੇ ਆ, ਬਟ ਜੇ ਤੁਸੀਂ ਪ੍ਰੋਪਰ ਮੇਨਟੇਨੈਂਸ ਰਿਕਾਰਡ ਮੇਨਟੇਨ ਕਰੋ, ਕੰਪਲਾਇੰਸ ਔਰ ਆਪਣਾ DOT ਡਰਗ ਟੈਸਟਿੰਗ ਔਰ ਪ੍ਰੋਪਰ EPN 'ਚ ਇਨਰੋਲਮੈਂਟ ਕਰੋ, ਤੇ ਕੋਈ ਵੀ ਇਹੋ ਜਿਹੀ ਗੱਲ ਘਬਰਾਉਣ ਵਾਲੀ ਨਹੀਂ ਹੁੰਦੀ। ਸ਼ੁਕਰੀਆ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਰਸ਼ਕਾਂ ਨੂੰ ਦਿੱਤੀ ਹੈ ਔਰ ਉਮੀਦ ਵੀ ਹੈ ਕਿ ਜ਼ਰੂਰ ਫਰੂਟਫੁਲ ਹੋਏਗੀ। ਜਿਹੜੇ ਲੋਕ ਇਸ ਕਾਰੋਬਾਰ ਚਲਾਉਣਾ ਚਾਹੁੰਦੇ ਉਹਨੂੰ ਕਾਫੀ ਹੱਦ ਤੱਕ ਸਮਝ ਆ ਗਈ ਹੋਣੀ ਹੈ ਕਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।